ਦੀ ਵੀਡੀਓ ਫਲੋ ਚਾਰਟ 'ਤੇ ਹੈ। ਜੋ ਸਾਡੀ ਅੱਜ ਦੀ ਵੀਡੀਓ ਹੈ ਸਟੂਡੈਂਟ, ਇਹ ਤੁਹਾਡੇ ਰਿਲੇਟਡ ਟੂ ਪ੍ਰੋਸੈਸ ਚਾਰਟ ਐਂਡ ਫਲੋ ਚਾਰਟ ਸਾਰੇ ਡਾਊਟ ਕਲੀਅਰ ਕਰੇਗੀ। ਐਂਡ ਸੋ ਆਪਣੇ ਡਾਊਟ ਕਲੀਅਰ ਕਰਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ। ਥੈਂਕ ਯੂ। ਹਾਂਜੀ ਸਟੂਡੈਂਟਸ, ਅੱਜ ਦੀ ਵੀਡੀਓ ਹੈ ਜੀ ਫਲੋ ਚਾਰਟ ਤੇ। ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਆਪਾਂ ਫਲੋ ਚਾਰਟ ਨੂੰ ਕਿਵੇਂ ਰਾਈਟ ਕਰ ਸਕਦੇ ਹਾਂ, ਕਿਵੇਂ ਇਹਨੂੰ ਐਕਸਪਲੇਨ ਕਰ ਸਕਦੇ ਹਾਂ ਵਿਦ ਵੇਰੀਏਸ਼ਨਸ। ਸੋ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਸਟੇਟਮੈਂਟ ਮੈਂਸ਼ਨ ਹੈ ਜੀ, the flow charts below shows the process of waste paper recycling। ਮਤਲਬ ਜੋ ਆਪਣੇ ਕੋਲ ਚਾਰਟ ਮੈਂਸ਼ਨ ਹੈ ਉਹਦੇ ਵਿੱਚ ਉਹਨਾਂ ਨੇ ਸ਼ੋ ਕੀਤਾ ਹੋਇਆ ਹੈ ਕਿ ਪ੍ਰੋਸੈਸ ਹੈ ਵੇਸਟ ਪੇਪਰ ਰੀਸਾਈਕਲਿੰਗ ਦਾ। ਸੋ ਸਭ ਤੋਂ ਪਹਿਲਾਂ ਇੱਥੇ ਆਪਣੇ ਕੋਲ 6 ਸਟੈਪਸ ਨੇ ਜਿਨ੍ਹਾਂ ਨੂੰ ਆਪਾਂ ਐਕਸਪਲੇਨ ਕਰਨਾ ਹੈ ਆਪਣੇ ਟਾਸਕ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜਾ ਫਰਸਟ ਸਟੈਪ ਹੈ ਜੀ ਉਹ ਹੈ ਜੀ ਵੇਸਟ ਪੇਪਰ ਕਲੈਕਸ਼ਨ, ਜਿਹਦੇ ਵਿੱਚ ਕੀ ਹੁੰਦਾ ਹੈ ਫਰੋਮ ਪਬਲਿਕ ਪੇਪਰ ਕਲੈਕਟ ਕੀਤਾ ਜਾਂਦਾ ਹੈ ਫਰੋਮ ਪਬਲਿਕ ਪੇਪਰ ਬੈਂਕਸ ਐਂਡ ਫਰੋਮ ਬਿਜ਼ਨਸ। ਐਂਡ ਸੈਕਿੰਡ ਹੈ ਜੀ ਸੌਰਟਡ ਬਾਈ ਹੈਂਡ, ਜਿੰਦੇ ਵਿੱਚ ਕੀ ਹੁੰਦਾ ਹੈ ਕਿ ਪੇਪਰ ਇਜ਼ ਗ੍ਰੇਡਡ, ਪੇਪਰ ਦੀ ਗ੍ਰੇਡ ਕੀਤੀ ਜਾਂਦੀ ਹੈ, ਲਾਈਕ ਉਹਨਾਂ ਦੀ ਕੁਆਲਿਟੀ ਚੈਕਿੰਗ ਹੁੰਦੀ ਹੈ, ਤੇ ਅਨਸੂਟੇਬਲ ਪੇਪਰ ਹੈ ਜਿਹੜਾ ਉਹ ਰਿਮੂਵਡ ਕਰ ਦਿੱਤਾ ਜਾਂਦਾ ਹੈ। ਨੈਕਸਟ ਹੈ ਜੀ ਟਰਾਂਸਪੋਰਟੇਸ਼ਨ। ਟਰਾਂਸਪੋਰਟੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਗ੍ਰੇਡ ਕੀਤੀ ਹੁੰਦੀ ਹੈ, ਜਿਹੜੇ ਪੇਪਰ ਦੇ ਗ੍ਰੇਡਡ ਪੇਪਰ ਹੁੰਦਾ ਉਹਨੂੰ ਡਿਲੀਵਰੀ ਕੀਤੀ ਜਾਂਦੀ ਹੈ ਉਹਦੀ ਪੇਪਰ ਮਿਲ ਦੇ ਵਿੱਚ ਫੋਰ ਰੀਪਰੋਡਕਸ਼ਨ। ਫੋਰਥ ਸਟੈਪ ਹੈ ਜੀ ਆਪਣੇ ਕੋਲ ਕਲੀਨਿੰਗ। ਇਹਦੇ ਵਿੱਚ ਸਟੂਡੈਂਟ ਆਪਾਂ ਨੂੰ ਮੈਂਸ਼ਨ ਕੀਤਾ ਹੋਇਆ ਹੈ ਕਲੀਨਿੰਗ, ਪਲਪਿੰਗ ਐਂਡ ਰਿਮੂਵਲ ਆਫ ਅਦਰ ਮਟੀਰੀਅਲਸ ਲਾਈਕ ਸਟੈਪਲਸ। ਇਹਦੇ ਵਿੱਚ ਕੀ ਹੁੰਦਾ ਹੈ ਕਿ ਪੇਪਰ ਦੀ ਕਲੀਨਿੰਗ ਹੁੰਦੀ ਹੈ, ਪਲਪਿੰਗ ਹੁੰਦੀ ਹੈ, ਤੇ ਜੋ ਐਕਸਟਰਾ ਮਟੀਰੀਅਲ ਹੁੰਦਾ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ। ਦੈਨ ਇਸ ਤੋਂ ਬਾਅਦ ਜਿਹੜਾ ਪੇਪਰ ਹੁੰਦਾ ਜਿਹਨੂੰ ਆਫਟਰ ਕਲੀਨਿੰਗ ਉਹਨੂੰ ਡੀ ਇੰਕਿੰਗ ਸਟੇਜ ਲਈ ਭੇਜ ਦਿੱਤਾ ਜਾਂਦਾ ਹੈ, ਜਿੱਥੇ ਕੀ ਹੁੰਦਾ ਹੈ ਕਿ ਰਿਮੂਵਲ ਆਫ ਇੰਕਸ ਐਂਡ ਗਲੂਜ਼, ਜੋ ਇੰਕ ਤੇ ਗਲੂਜ਼ ਹੁੰਦੇ ਨੇ ਉਹਨਾਂ ਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ। ਐਂਡ ਲਾਸਟ ਸਟੇਜ ਹੈ ਜੀ ਆਪਣੇ ਕੋਲ ਪੇਪਰ ਮੇਕਿੰਗ ਮਸ਼ੀਨ, ਜਿਹਦੇ ਵਿੱਚ ਕਿ ਜੋ ਵੇਸਟ ਪੇਪਰ ਹੁੰਦਾ ਰੀਸਾਈਕਲਿੰਗ ਲਈ ਭੇਜਿਆ ਜਾਂਦਾ ਹੁੰਦਾ ਉਹ ਰੀਪਰੋਡਿਊਸਡ ਹੁੰਦਾ ਹੈ। ਸੋ ਸਟੂਡੈਂਟ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਕਿ ਜੋ ਪ੍ਰੋਸੈਸ ਐਂਡ ਫਲੋ ਚਾਰਟ ਹੁੰਦੇ ਨੇ ਉਹਨਾਂ ਨੂੰ ਆਪਾਂ ਆਲਵੇਜ਼ ਪ੍ਰੈਜ਼ੈਂਟ ਫਾਰਮ ਦੇ ਵਿੱਚ ਹੀ ਰਾਈਟ ਕਰਨਾ ਹੁੰਦਾ ਹੈ। ਸੋ ਇਹਨੂੰ ਆਪਾਂ ਕਿਵੇਂ ਰਾਈਟ ਕਰਾਂਗੇ, ਇਹਦੇ ਵਿੱਚ ਕੁਝ ਕੁ ਆਪਾਂ ਨੂੰ ਜੋ ਕਨੈਕਟਰਸ ਨੇ ਉਹਨਾਂ ਨੂੰ ਫੋਲੋ ਕਰਨਾ ਹੁੰਦਾ ਹੈ, ਸਟਰਕਚਰ ਫੋਲੋ ਕਰਨਾ ਪੈਂਦਾ, ਪੈਟਰਨ। ਦੈਨ ਆਪਾਂ ਜਿਵੇਂ ਇਹਦੇ ਵਿੱਚ ਆਪਣੇ ਕੋਲ 6 ਸਟੈਪ ਦਿੱਤੇ ਹੋਏ ਨੇ, ਪੇਪਰ ਵੇਸਟ ਪੇਪਰ ਕਲੈਕਸ਼ਨ, ਸੌਰਟਡ ਬਾਈ ਹੈਂਡ ਐਂਡ ਟਰਾਂਸਪੋਰਟੇਸ਼ਨ, ਕਲੀਨਿੰਗ, ਡੀ ਇੰਕਿੰਗ ਐਂਡ ਪੇਪਰ ਮੇਕਿੰਗ ਮਸ਼ੀਨ। ਸੋ ਆਪਾਂ ਜੋ ਫਸਟ 3 ਸਟੈਪਸ ਨੇ ਉਹਨਾਂ ਨੂੰ ਇੱਕ ਬਾਡੀ ਪੈਰਾਗ੍ਰਾਫ ਦੇ ਵਿੱਚ ਐਕਸਪਲੇਨ ਕਰਾਂਗੇ, ਜੋ ਰੈਸਟ ਆਫ 3 ਨੇ ਉਹਨਾਂ ਨੂੰ ਆਪਾਂ ਨੈਕਸਟ ਬਾਡੀ ਪੈਰਾਗ੍ਰਾਫ ਦੇ ਵਿੱਚ ਐਕਸਪਲੇਨ ਕਰਾਂਗੇ। ਸੋ ਹਾਂਜੀ, ਸਭ ਤੋਂ ਪਹਿਲਾਂ ਜੀ ਰੀਫਰੇਜ਼ਿੰਗ। ਰੀਫਰੇਜ਼ਿੰਗ ਕਿਵੇਂ ਕਰਾਂਗੇ? ਦ ਪ੍ਰੋਵਾਈਡਡ ਪ੍ਰੋਸੈਸ ਚਾਰਟ illustrate how waste paper is recycled। मतलब the provided जो अपने कोल given chart है, process chart, process हो रहा है ये waste paper recycling ਦਾ illustrate ਕਰ ਰਿਹਾ ਹੈ, ਆਪਾਂ ਨੂੰ show ਕਰ ਰਿਹਾ ਹੈ how waste paper is recycled। ਸੋ ਇਹਨੂੰ ਆਪਾਂ how ਦੇ ਨਾਲ ਪੈਸਿਵ ਫਾਰਮ ਦੇ ਵਿੱਚ ਰਾਈਟ ਕਰ ਲਿਆ ਸਟੂਡੈਂਟ। ਨੈਕਸਟ ਹੈ ਜੀ ਬੋਡੀ ਪੈਰਾਗ੍ਰਾਫਸ। ਬੋਡੀ ਪੈਰਾਗ੍ਰਾਫਸ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਆਪਾਂ 3 ਸਟੈਪਸ ਨੂੰ ਕੰਪੇਅਰ ਕਰਾਂਗੇ। ਸੋ ਇਹਨੂੰ ਕਿਵੇਂ ਰਾਈਟ ਕਰਾਂਗੇ? ਸਭ ਤੋਂ ਪਹਿਲਾਂ ਇੱਕ ਫਰੇਜ਼ ਯੂਜ਼ ਕਰਾਂਗੇ, ਆਫਟਰ ਹੈਵਿੰਗ ਅ ਗਲਿੰਪਸ ਇਟ ਕੈਨ ਬੀ ਸੀਨ ਕਲੀਅਰਲੀ ਦੈਟ। ਸੋ ਸਭ ਤੋਂ ਪਹਿਲਾਂ ਕੀ ਹੈ ਜੀ ਵੇਸਟ ਪੇਪਰ ਕਲੈਕਸ਼ਨ। ਸੋ ਇਹਦੇ ਵਿੱਚ ਸਟੂਡੈਂਟ ਆਪਾਂ ਇਹੀ ਮੈਂਸ਼ਨ ਕਰਨਾ ਹੁੰਦਾ ਜਿਵੇਂ ਫਰਸਟ ਸਟੇਜ, ਇਨ ਦ ਸੈਕਿੰਡ ਸਟੇਜ, ਆਫਟਰ ਦੈਟ, ਦੇਅਰ ਆਫਟਰ। ਇਹ ਕਨੈਕਟਰਸ ਨੇ ਜਿਹੜੇ ਆਪਾਂ ਨੂੰ ਫੋਲੋ ਕਰਨੇ ਹੁੰਦੇ ਨੇ ਆਪਣੇ ਟਾਸਕ ਨੂੰ ਐਲੈਬੋਰੇਟ ਕਰਨ ਦੇ ਲਈ। ਸੋ ਸਭ ਤੋਂ ਪਹਿਲਾਂ ਕੀ ਹੈ ਜੀ in the first step of the paper recycled process, waste paper is collected either from the public bank or from businesses। ਲਾਈਕ ਉੱਪਰ ਆਪਾਂ ਨੂੰ ਮੈਂਸ਼ਨ ਕੀਤਾ ਹੋਇਆ ਕਿ ਜਿਹੜਾ ਵੇਸਟ ਪੇਪਰ ਕਲੈਕਸ਼ਨ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਪਬਲਿਕ ਪੇਪਰ ਬੈਂਕਸ ਤੋਂ ਤੇ ਬਿਜ਼ਨਸਿਸ ਤੋਂ ਕੀ ਪੇਪਰ ਕਲੈਕਟ ਕੀਤਾ ਜਾਂਦਾ ਹੈ ਵੇਸਟ ਪੇਪਰ। ਸੋ ਇਹਨੂੰ ਆਪਾਂ ਕਿਵੇਂ ਐਕਸਪਲੇਨ ਕਰਤਾ? In the first step of the paper recycled process, waste paper is collected either from public banks or businesses। ਹਾਂਜੀ, so next ਹੈ ਜੀ ਆਪਣੇ ਕੋਲ sorting by hand। so student, ਇਹਨੂੰ ਆਪਾਂ ਕਿਵੇਂ ਰਾਈਟ ਕਰਾਂਗੇ? sorting by hand ਵਾਲੀ ਜੋ ਸਟੇਜ ਹੈ ਇਹਦੇ ਵਿੱਚ ਇਹਨਾਂ ਨੇ ਆਪਾਂ ਨੂੰ ਦਿੱਤਾ ਹੈ ਕਿ paper is graded and unsuitable paper removed।
ਸੋ ਇਹਨੂੰ ਕਿਵੇਂ ਰਾਈਟ ਕੀਤਾ ਆਪਾਂ, this paper is then sorted by hand। ਮਤਲਬ ਜੋ ਪੇਪਰ ਆਪਾਂ ਪਬਲਿਕ ਪੇਪਰ ਬੈਂਕਸ ਤੇ ਬਿਜ਼ਨੈਸਸ ਤੋਂ ਕਲੈਕਟ ਕੀਤਾ ਹੈ ਉਹਨੂੰ sorted ਕੀਤਾ ਜਾਂਦਾ ਹੈ by hand। this paper is sorted by hand and separated according to its grade। ਉੱਪਰ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਪੇਪਰ ਇਜ਼ ਗ੍ਰੇਡਡ, ਤਾਂ ਉਹਨਾਂ ਦੀ ਕੁਆਲਿਟੀ ਦੇ ਅਕੋਰਡਿੰਗ ਉਹਨਾਂ ਨੂੰ ਗ੍ਰੇਡ ਦਿੱਤੀ ਜਾਂਦੀ ਹੈ। ਸੋ ਆਪਾਂ ਇਹਨੂੰ ਰਾਈਟ ਕਰ ਲਿਆ ਸੈਪਰੇਟਡ ਅਕੋਰਡਿੰਗ ਟੂ ਇਟਸ ਗ੍ਰੇਡ। ਹਾਂਜੀ, ਹੁਣ ਹੈ ਜੀ ਆਪਣੇ ਕੋਲ ਥਰਡ ਸਟੈਪ। ਸੋ ਥਰਡ ਸਟੈਪ ਨੂੰ ਆਪਾਂ ਕਿਵੇਂ ਰਾਈਟ ਕਰਾਂਗੇ, ਥਰਡ ਸਟੈਪ ਦੇ ਵਿੱਚ ਆਪਣੇ ਕੋਲ ਹੈ ਟਰਾਂਸਪੋਰਟੇਸ਼ਨ, ਜਿਹਦੇ ਵਿੱਚ ਦੱਸਿਆ ਹੋਇਆ ਹੈ ਡਿਲੀਵਰੀ ਟੂ ਪੇਪਰ ਮਿਲ। ਲਾਈਕ ਜਿਹੜਾ ਪੇਪਰ ਗ੍ਰੇਡ ਕੀਤਾ ਜਾਂਦਾ ਹੈ, ਗ੍ਰੇਡ ਦਿੱਤੀ ਜਾਂਦੀ ਹੈ ਜਿਹੜੇ ਪੇਪਰ ਨੂੰ, ਲਾਈਕ ਕੁਆਲਿਟੀ ਦੇ ਅਕੋਰਡਿੰਗ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ, ਜਾਂ ਜੋ ਯੂਜ਼ਏਬਲ ਪੇਪਰ ਨਹੀਂ ਹੁੰਦਾ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ। ਸੋ ਇਹਨੂੰ ਕਿਵੇਂ ਰਾਈਟ ਕੀਤਾ ਹੈ, after the grading if any paper that is not suitable for recycling being removed। ਮਤਲਬ ਜੋ after the grading ਜਦੋਂ ਜੇ ਕੋਈ ਪੇਪਰ ਹੈ ਜੋ ਆਪਣੇ ਲਈ ਜੋ ਰਿਸਾਈਕਲਿੰਗ ਪ੍ਰੋਸੈਸ ਦੇ ਲਈ ਯੂਜ਼ੇਬਲ ਨਹੀਂ ਹੈਗਾ, ਯੂਜ਼ਫੁਲ ਨਹੀਂ ਹੈਗਾ, ਨਹੀਂ ਰਿਸਾਈਕਲ ਹੋ ਸਕਦਾ, ਉਹਨੂੰ ਕੀ ਕਰ ਦਿੱਤਾ ਜਾਂਦਾ ਹੈ, ਰਿਮੂਵਡ ਕਰ ਦਿੱਤਾ ਜਾਂਦਾ ਹੈ, ਬੀਇੰਗ ਰਿਮੂਵਡ। and thereafter the graded paper is transported to a paper mill। then ਜਿਹੜਾ ਪੇਪਰ ਹੈ ਉਹਨੂੰ ਮਿਲ ਦੇ ਵਿੱਚ ਕੀ ਕਰ ਦਿੱਤਾ ਜਾਂਦਾ ਹੈ, ਟਰਾਂਸਪੋਰਟ ਕਰ ਦਿੱਤਾ ਜਾਂਦਾ ਹੈ। ਸੋ ਇਹੀ ਸੀ ਜੀ ਆਪਣੇ ਕੋਲ ਫਰਸਟ 3 ਸਟੈਪਸ ਜਿਨ੍ਹਾਂ ਨੂੰ ਆਪਾਂ ਬੋਡੀ ਪੈਰਾਗ੍ਰਾਫ 1 ਦੇ ਵਿੱਚ ਐਕਸਪਲੇਨ ਕੀਤਾ ਹੈ। ਹੁਣ ਰੈਸਟ ਆਫ ਜਿਹੜੇ 3 ਰਹਿ ਗਏ ਆਪਣੇ ਕੋਲ ਉਹ ਕਿਹੜੇ ਨੇ ਜੀ, ਕਲੀਨਿੰਗ, ਡੀ-ਇੰਕਿੰਗ ਐਂਡ ਪੇਪਰ ਮੇਕਿੰਗ ਮਸ਼ੀਨ, ਜਿਨ੍ਹਾਂ ਨੂੰ ਆਪਾਂ ਨੈਕਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਐਕਸਪਲੇਨ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਕਨੈਕਟਰ ਯੂਜ਼ ਕਰਾਂਗੇ। The chart further collates that in the paper mill। ਹੁਣ ਆਪਾਂ ਉੱਪਰ ਦੇਖਦੇ ਹਾਂ ਕਿ ਪੇਪਰ ਮਿਲ ਦੇ ਵਿੱਚ ਪੇਪਰ ਨੂੰ ਡਿਲੀਵਰ ਕਰ ਦਿੱਤਾ ਜਾਂਦਾ ਹੈ, ਦੈਨ ਉੱਥੇ ਕੀ ਹੁੰਦੀ ਹੈ, ਕਲੀਨਿੰਗ, ਪਲੱਬਿੰਗ ਐਂਡ ਰਿਮੂਵਲ ਆਫ ਅਦਰ ਮਟੀਰੀਅਲਸ। ਸੋ ਇਹਨੂੰ ਕਿਵੇਂ ਰਾਈਟ ਕਰਾਂਗੇ, in the paper mill the paper is cleaned and plugged and unexpected objects such as staples are taken out। ਮਤਲਬ ਜੋ ਵੇਸਟ ਮਟੀਰੀਅਲ ਹੈ ਲਾਈਕ ਸਟੈਪਲਸ ਉਹਨਾਂ ਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ ਤੇ ਪੇਪਰ ਨੂੰ ਕਲੀਨ ਕੀਤਾ ਜਾਂਦਾ ਹੈ, ਪਲੱਗਡ ਕੀਤਾ ਜਾਂਦਾ ਹੈ। ਹਾਂਜੀ, ਉਸ ਤੋਂ ਬਾਅਦ ਹੈ ਜੀ ਸੈਕਿੰਡ ਲਾਸਟ ਸਟੇਜ ਆਪਣੇ ਕੋਲ ਡੀ ਇੰਕਿੰਗ, ਜਿਹਦੇ ਵਿੱਚ ਕੀ ਹੁੰਦਾ ਹੈ, ਰਿਮੂਵਲਸ ਆਫ ਇੰਕਸ ਐਂਡ ਗਲੂ। ਸੋ ਆਪਾਂ ਸਭ ਤੋਂ ਪਹਿਲਾਂ ਕਨੈਕਟਰ ਯੂਜ਼ ਕਰਾਂਗੇ ਫੋਲੋਇੰਗ ਦਿਸ। Inks and glues are removed from the paper at de-inking stage। ਮਤਲਬ ਜੋ inks and glues ਨੇ ਉਹਨਾਂ ਨੂੰ ਰਿਮੂਵ ਕੀਤਾ ਜਾਂਦਾ ਹੈ ਪੇਪਰ ਤੋਂ, ਕਿਹੜੀ ਸਟੇਜ ਤੇ, de-inking ਸਟੇਜ ਤੇ। ਹੁਣ ਆਪਣੇ ਕੋਲ ਰਹਿ ਗਿਆ ਜੀ ਲਾਸਟ the paper making machine, ਜਿਹਦੇ ਵਿੱਚ ਕੀ ਹੁੰਦਾ ਹੈ ਕਿ machine manufactures of usable paper। ਹਾਂਜੀ, ਇਹਨੂੰ ਆਪਾਂ ਰਾਈਟ ਕਰਾਂਗੇ ਇਨ ਦਾ ਫਾਈਨਲ ਸਟੇਜ। ਤੁਸੀਂ ਇਹਨੂੰ ਫਾਈਨਲੀ ਵੀ ਲਿਖ ਸਕਦੇ ਹੋ, ਇਨ ਦਾ ਲਾਸਟ ਸਟੇਜ ਵੀ ਰਾਈਟ ਕਰ ਸਕਦੇ ਹੋ। ਯੂਜ਼ਡ ਪੇਪਰ ਜੋ ਕਿ ਵੇਸਟ ਪੇਪਰ ਤੋਂ ਦੁਬਾਰਾ ਰੀਪਰੋਡਿਊਸ ਹੁੰਦੇ ਨੇ ਤੇ ਉਹਨਾਂ ਨੂੰ ਯੂਜ਼ਡ ਇਨ ਪਬਲਿਕ ਅਗੇਨ। ਦਿਸ ਇਜ਼ ਯੂਜ਼ਡ ਇਨ ਪਬਲਿਕ ਅਗੇਨ ਐਂਡ ਇਹਨਾਂ ਨੂੰ ਪਬਲਿਕ ਦੇ ਵਿੱਚ ਅਗੇਨ ਯੂਜ਼ ਕੀਤਾ ਜਾਂਦਾ ਹੈ। ਸੋ ਆਪਾਂ ਕਿਵੇਂ ਲਿਖਿਆ ਇਹਨੂੰ, ਇਨ ਦਾ ਫਾਈਨਲ ਸਟੇਜ ਯੂਜ਼ਡ ਪੇਪਰ ਆਰ ਰੀਪਰੋਡਿਊਸਡ and then this is used in public again। जो used paper है, usable paper है, वो दोबारा reproduce ਹੁੰਦਾ ਹੈ and ਇਹਨੂੰ ਦੁਬਾਰਾ ਪਬਲਿਕ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਸੋ ਇਹ ਕੀ ਸੀ ਜੀ ਆਪਣੀਆਂ 6 ਸਟੇजेस ਸੀ ਜਿਹੜੀਆਂ ਆਪਾਂ ਨੂੰ ਵੇਸਟ ਪੇਪਰ ਰੀਸਾਈਕਲਿੰਗ ਪ੍ਰੋਸੈਸ ਲਈ ਉੱਪਰ ਮੈਂਸ਼ਨ ਕੀਤੀਆਂ ਹੋਈਆਂ ਸੀ। ਸੋ ਆਪਾਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਕੀਤੀ, ਦੈਨ ਬੋਡੀ ਪੈਰਾਗ੍ਰਾਫਸ ਕੀਤੇ, ਫਰਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਫਰਸਟ 3 ਸਟੈਪ ਐਕਸਪਲੇਨ ਕੀਤੇ, ਦੈਨ ਬੋਡੀ ਪੈਰਾਗ੍ਰਾਫ 2 ਦੇ ਵਿੱਚ ਲਾਸਟ 3 ਜੋ ਸਟੈਪ ਮੈਂਸ਼ਨ ਸੀ ਆਪਣੇ ਕੋਲ ਉਹਨਾਂ ਨੂੰ ਐਕਸਪਲੇਨ ਕੀਤਾ। ਲਾਸਟ ਵਨ ਹੈ ਜੀ ਓਵਰਆਲ ਆਪਾਂ ਆਲਵੇਜ਼ ਲਾਸਟ ਤੇ ਦੇਣਾ ਹੈ ਸਟੂਡੈਂਟ। ਓਵਰਆਲ ਕਿਵੇਂ ਦਵਾਂਗੇ, ਓਵਰਆਲ ਇਟ ਇਜ਼ ਕਲੀਅਰ that the whole recycling process consists
6 stages ਲਾਈਕ ਆਪਣੇ ਕੋਲ ਉੱਪਰ 6 ਸਟੈਪ ਮੈਂਸ਼ਨ ਕੀਤੇ ਹੋਏ ਨੇ ਤਾਂ ਉਹਨੂੰ ਆਪਾਂ ਕਿਵੇਂ ਲਿਖ ਲਿਆ ਕਿ ਜਿਹੜਾ ਹੋਲ ਪ੍ਰੋਸੈਸ ਹੈ ਰੀਸਾਈਕਲਿੰਗ ਪ੍ਰੋਸੈਸ ਹੈ ਉਹਦੇ ਵਿੱਚ 6 ਸਟੇजेस ਨੇ ਬਿਗਨਸ ਵਿਦ ਕਲੈਕਸ਼ਨ ਆਫ ਪੇਪਰ ਜਿਹੜਾ ਕਿ ਸਟਾਰਟ ਹੁੰਦਾ ਹੈ ਕਲੈਕਸ਼ਨ ਆਫ ਵੇਸਟ ਪੇਪਰ ਐਂਡ ਵਿਦ reproduction of used paper ਤੇ ਖਤਮ ਕਿਹਦੇ ਨਾਲ ਹੁੰਦਾ ਹੈ ਕਿ reproduction ਹੁੰਦੀ ਹੈ used paper ਦੀ ਜੋ ਦੁਬਾਰਾ ਪਬਲਿਕ ਦੇ ਵਿੱਚ ਯੂਜ਼ ਕਰਨ ਲਈ ਸੈਂਡ ਕੀਤਾ ਜਾਂਦਾ ਹੈ ਸੋ ਇਹ ਸੀ ਜੀ ਓਵਰਆਲ ਜਿਹਦੇ ਵਿੱਚ ਆਪਾਂ ਦੱਸਾਂਗੇ ਕਿ ਇੰਨੀਆਂ ਸਟੈਪਸ ਨੇ ਲਾਈਕ ਕੋਈ ਵੀ ਪ੍ਰੋਸੈਸ ਆ ਗਿਆ ਤੁਹਾਨੂੰ ਵੀ ਇਹਦੇ ਵਿੱਚ ਟੋਟਲ ਸਟੈਪਸ ਨੇ ਜੋ ਇੰਨੇ ਨੇ ਲਾਈਕ ਇਹਦੇ ਵਿੱਚ 6 ਨੇ ਉੱਪਰ ਮੈਂਸ਼ਨ ਹੈ ਸੋ ਸਟਾਰਟ ਕਿੱਥੋਂ ਹੋ ਰਿਹਾ ਪ੍ਰੋਸੈਸ ਕਲੈਕਸ਼ਨ ਆਫ ਵੇਸਟ ਪੇਪਰ ਤੇ ਐਂਡ ਕਿੱਥੇ ਹੋ ਰਿਹਾ ਰੀਪਰੋਡਕਸ਼ਨ ਆਫ used paper